अस्सलाम वालेकुम। I'm Wasim ਬਾਈ ਜੀ ਤੁਹਾਡੀ ਖਿਦਮਤ 'ਚ ਹਾਜ਼ਰ ਨਾਜ਼ਰੀਨ। ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਜ ਵੀ ਲੰਡਨ 'ਚ ਤੁਹਾਡੇ ਨੂੰ ਮੁਲਾਕਾਤ ਕਰਾਵਾਂਗੇ ਮੁਹੰਮਦ रमज़ान शाइक साहब, बड़े ही ज़बरदस्त शायर और बड़े ही प्यारे बुजुर्ग। और इन्हां 'ਚ खूबी ਇਹ ਕਿ ਜਿਹੋ ਜਿਹੀ ਮਹਿਫਲ ਹੋਏ ਮੁੰਡਿਆਂ 'ਚ ਬਹਿਣ ਉਹਨਾਂ ਵਾਂਗਰੀ ਗੱਪਸ਼ਪ ਸ਼ੁਰੂ ਕਰ ਦਿੰਦੇ ਨੇ। ਜਿਸ ਕਿਸਮ ਦੇ ਲੋਕ ਹੋਣ ਉਹ ਉੱਥੇ ਜਨਾਬ ਮਤਲਬ ਜਿੱਥੇ ਸ਼ਰੀਫ ਲੋਕ ਹੋਣ। ਤੇ शाइक नसीरपुरी ਦੇ ਨਾਮ ਤੋਂ ਮਸ਼ਹੂਰ और बेशुमार मुशायरे कर चुके ने ते चलने लंडन ना वाल जी। अस्सलाम वालेकुम। वालेकुम सलाम वरहमतुल्लाह। हाँ जी, बहुत शुक्रिया ਤੁਹਾਡਾ ਤੁਸੀਂ ਟਾਈਮ ਦਿੱਤਾ। ਮੈਂ ਕਿਹਾ ਅਸੀਂ ਵੀ ਅੱਜ ਤੁਹਾਡੇ ਨਾਲ ਗੱਪਸ਼ਪ ਲਾਈਏ, ਮਸਰੂਫ ਬੰਦੇ ਜੇ ਤੇ ਮੈਂ ਕਿਹਾ ਅੱਜ ਤੇ ਕਰੋਨਾ ਵਾਇਰਸ ਨੇ ਅੱਜ ਕੱਲ੍ਹ ਡਕਿਆ ਦਾ ਸਭ ਨੂੰ ਤੇ ਅੱਜ ਸ਼ਾਇਦ ਮਿਲ ਹੀ ਜਾਓ ਸੁਣ। हाँ जी बिल्कुल, कोरोना ने सारे वेलियां कर दिता है। जी जी अजकल सब सारिਆਂ ਕੋਲ टाइम हैगा, कोई गल नहीं उसी ਤੇ ਤੁਹਾਡੀ ਮਿਹਰਬਾਨੀ ਕਿ ਤੁਸੀਂ ਯਾਦ ਕੀਤਾ ਮੈਨੂੰ ਤੇ बहुत ਇਸ ਕਾਬਲ शुक्रिया, ਸਮਝੇ ਤੇ ਮੈਂ ਜਜ਼ਾਕੱਲਾ। ਤੇ ਮੈਂ ਕਿਹਾ ਜ਼ਰਾ ਪਹਿਲੇ ਤਾਂ ਥੋੜਾ ਤਾਰਫ ਕਰਾਉਂਦੇ ਆ ਨਾਜ਼ਰੀਨ ਨੂੰ। ਸਾਡਾ ਜੀ ਚੈਨਲ ਮਾਸ਼ਾਅੱਲਾ ਹੁਣ ਪੂਰੀ ਦੁਨੀਆ ਹੀ ਦੇਖਿਆ ਜਾਂਦਾ। ਤਕਰੀਬਨ 1,60,000 ਤੋਂ ਜ਼ਿਆਦਾ ਲੋਕ ਦੇਖਦੇ ਨੇ ਸਾਡਾ ਚੈਨਲ ਨਾ। माशाल्लाह ਤੇ ਇਸੀ 6 ਮਹੀਨੇ 'ਚ ਕਾਫੀ ਤੇਜ਼ੀ ਦੇ ਨਾਲ ਲਾਈਨ ਬ੍ਰਦਰਸ ਤੇ ਟਾਈਮ ਦਿੱਤਾ ਔਰ ਕਾਫੀ ਤੁਹਾਡੇ ਜੇ ਪਿਆਰੇ ਦੋਸਤਾਂ ਨੇ ਤਾਵਨ ਕੀਤਾ। ਤੇ ਮੈਂ ਕਿਹਾ ਜ਼ਰਾ ਤਾਰਫ ਥੋੜਾ ਜਿਹਾ ਹੋ ਜੇ ਆਪਣਾ ਮਾਸ਼ਾਅੱਲਾ ਪਾਕਿਸਤਾਨ ਤੋਂ ਕਿਹੜੀ ਜਗ੍ਹਾ ਤੋਂ ਤਲਕ ਜੇ ਜ਼ਰਾ ਸਾਡੇ ਨਾਜ਼ਰੀਨ ਨੂੰ ਵੀ ਪਤਾ ਲੱਗੇ ਨਾ, ਕਿਉਂਕਿ ਅੱਗੇ ਤਾਂ ਤੁਸੀਂ ਸਿਰਫ ਸ਼ੇਰ ਸੁਣਾ ਕੇ ਚਲ ਜਾਂਦੇ ਜੇ ਨਾ ਤੇ ਅੱਜ ਪਤਾ ਚੱਲੇ ਕਿ ਸ਼ਾਇਰੀ ਆਈ ਕਿੱਥੋਂ ਆ। मैं जी शुरू ਦੇ ਵਿੱਚ ਜਦੋਂ ਪਾਕਿਸਤਾਨ ਬਣਿਆ ਉਸ ਵਕਤ ਅਸੀਂ ਇੱਕ ਤਖਤ ਹਜ਼ਾਰੇ ਦੇ ਲਾਗੇ ਪਿੰਡ ਹੈ ਜਿਹੜੇ ਨਸੀਰਪੁਰ ਨਸੀਰਪੁਰ। ਹਾਂਜੀ, ਜਿਸ ਨੂੰ ਮੈਂ ਅੱਜ ਕੱਲ੍ਹ ਆਪਣੇ ਨਾਮ ਦੇ ਨਾਲ ਨਥੀ ਕੀਤਾ ਹੈ, ਸ਼ੈਖ ਨਸੀਰਪੁਰੀ। ਜੀ ਜੀ ਉੱਥੇ ਰਹੇ ਹਾਂ। ਉਸ ਤੋਂ ਬਾਅਦ ਅਸੀਂ ਕਰੀਬਨ 53 ਚ 54 ਚ ਰੱਬੇ ਆ ਗਏ ਸਾਂ। ਅੱਛਾ, ਕਾਫੀ ਦੇਰ ਤੋਂ ਰਬ ਹੋਏ। ਹਾਂਜੀ, ਬਸ ਫਿਰ ਉਹ ਉਦੋਂ ਦੇ ਰੱਬੇ 'ਚ ਹੀ ਰਹੇ ਹਾਂ ਤੇ ਅਲਹਮਦੁਲਿਲਾ ਖੁਦਾ ਤਾਲਾ ਨੇ ਤੌਫੀਕ ਦਿੱਤੀ ਕਿ ਮੈਂ ਬੈਤੁਲ ਮਾਲ ਦੇ ਵਿੱਚ 5 ਸਾਲ 2 ਸਾਲ ਦੀ ਨਜ਼ਾਰਤ ਦੀਵਾਨ ਦੇ ਵਿੱਚ ਜੀ ਜੀ ਔਰ 10-11 ਸਾਲ ਦਾ ਰੁਪਿਆ ਵਿੱਚ ਕੰਮ ਕੀਤਾ। ਮਾਸ਼ਾਅੱਲਾ। ਤੇ ਦਰਿਆ ਤੋਂ ਯਾਦ ਆ ਗਿਆ ਕਿ ਮੈਨੂੰ ਕਿਹਾ ਮੇਰਾ ਖਿਆਲ ਆ ਉਹਨੂੰ ਤਾਰੀਖ ਦਾ ਹਿੱਸਾ ਬਣਾ ਦੇਣਾ ਚਾਹੀਦਾ ਜਿਹੜਾ ਕਿ ਅੱਗੇ ਸ਼ਾਇਦ ਕਿਤੇ ਜ਼ਿਕਰ ਨਹੀਂ ਹੋਇਆ। ਜੀ ਜੀ ਮੈਂ ਦਾਰੂ ਦਾ ਕੋਈ ਕੰਮ ਕਰਦਾ ਸੀ ਤੇ ਮੌਦੂਦੀ ਸਾਹਿਬ ਦਾ ਮੁੰਡਾ ਫਾਰੂਕ ਮੌਦੂਦੀ ਉੱਥੇ ਆਇਆ। ਅੱਛਾ ਜੀ। ਉਹਦਾ ਅਸਲ ਮਕਸਦ ਇਹ ਸੀ ਉਹਦੇ ਬਾਪ ਨੇ ਉਹਨੂੰ ਭੇਜਿਆ ਸੀ ਕਿ ਜਾ ਕੇ ਐਂਡੀਆਂ ਕੋਲੋਂ ਕੋਈ ਵੋਟਾਂ ਛੋਟਾਂ ਦੀ ਦਰਖਾਸਤ ਕਰ। ਜੀ ਜੀ ਤੇ ਉਹ ਤੇ ਉੱਥੇ ਆਇਆ ਤੇ ਉਹਨਾਂ ਨੇ ਹਜ਼ੂਰ ਨੂੰ ਉਸ ਵੇਲੇ ਖਲੀਫਾ ਸਾਲਿਸ ਰਹਿਮਤੁल्लाह ਤਾਲਾ ਜੀ ਜੀ ਉਹਨਾਂ ਨੂੰ ਕਿਤੇ ਕਿਹਾ ਤੇ ਉਹਨਾਂ ਨੇ ਤੇ ਫਿਰ ਉਹਨਾਂ ਨੂੰ ਇਹੀ ਜਵਾਬ ਦਿੱਤਾ ਵੀ ਆਪਣੇ ਪਿਓ ਕੋਲੋਂ ਲਗਵਾ ਕੇ ਲੈ ਕੇ ਆ। ਜੀ ਜੀ ਤੇ ਫਿਰ ਅਸੀਂ ਸੋਚਦੇ ਹਾਂ ਦੱਸਦੇ ਹਾਂ ਤੈਨੂੰ। ਉਹ ਖੈਰ ਉਹਨਾਂ ਨੂੰ ਕਿੱਥੇ ਮਨਜ਼ੂਰ ਹੋਣਾ ਸੀਗਾ। ਬਹਰਾਲ ਉਹ ਉੱਥੇ 6-7 ਦਿਨ ਰਿਹਾ ਦਰਦ ਆਫਤ ਦੇ ਵਿੱਚ ਤੇ ਉੱਥੇ ਮੇਰੀ ਡਿਊਟੀ ਲੱਗੀ ਸੀ ਕਿ ਜੀ ਹਰ ਹਰਕਤ ਤੋਂ ਸਕਨਾਤ ਦੇ ਉੱਤੇ ਧਿਆਨ ਰੱਖਣਾ। ਜੀ ਜੀ ਕੈਮਰਾ ਮੇਰੇ ਕੋਲ ਸੀਗਾ। ਅੱਛਾ ਮਾਸ਼ਾਅੱਲਾ। ਤੇ ਉਸ ਵਕਤ ਜਿਹੜਾ ਪੀਪਲ ਪਾਰਟੀ ਦਾ ਉਸ ਵੇਲੇ ਨਵਾਂ ਦੌਰ ਸੀ, ਤੁਹਾਨੂੰ ਪਤਾ ਹੈ। ਜੀ ਜੀ ਇਹਨਾਂ ਦਾ ਆਪਣਾ ਇੱਕ ਅਖਬਾਰ ਸੀ ਮਸਾਵਾਤ। ਜੀ ਜੀ ਬਿਲਕੁਲ ਹੈ। ਜਾਰੀ ਹੋਇਆ ਉਹਨਾਂ ਦਿਨਾਂ 'ਚ। ਜੀ ਜੀ ਤੇ ਉਹਦੀਆਂ ਤਸਵੀਰਾਂ ਵਗੈਰਾ ਜਿਹੜੇ ਮੈਂ ਖਿੱਚੀਆਂ ਤੇ ਉਹ ਮਸਾਵਾਤ ਦੇ ਤੇ ਤਾਲਕ ਹੈ ਸੀ ਨਾ ਰੱਬੇ ਨਾਲ ਉਸ ਵੇਲੇ ਬੜਾ ਜ਼ੋਰ ਸ਼ੋਰ ਨਾਲ। ਜੀ ਜੀ ਤੇ ਉਹਨਾਂ ਨੇ लिखना किया कि मौलाना मौदूदी के बेटे फारूक मौदूदी है जो अल्लाह में वोट मांगने के लिए पहुंच गए। अच्छा। अगर वो इनकार करते हैं तो उसकी तस्वीरें हम कल शाया कर देंगे। जी जी वो तस्वीरें तो अभी भेजिया गई सब मेरे को वो बारा वो करदे एक दिन खत लिख रहा सी बैठा। जी जी मैं वेख्या वो नहीं जी होंगे पहले एरोग्राम एक नीला जिहा लिफाफा बिल्कुल बिल्कुल देखो कि उसनूं बंद करो तो कोई ਲਿਫਾਫਾ ਬਣ ਜਾਂਦਾ। ਵਾਈ ਏਅਰ ਮਨ ਉਹਦੇ ਤੇ ਲਿਖਿਆ ਹੁੰਦਾ ਸੀ। ਬਿਲਕੁਲ ਬਿਲਕੁਲ ਜੀ ਜੀ ਉਹ ਲਿਖ ਰਿਹਾ ਸੀ ਤੇ ਮੈਂ ਸਈਦ ਸਾਹਿਬ ਹੁੰਦੇ ਸੀ ਕਲਰਕ ਸਾਡੇ ਫਰਜ਼ਾ ਵਿੱਚ, ਉਹਨਾਂ ਨੂੰ ਆਵਾਜ਼ ਦਿੱਤੀ। ਮੈਂ ਕਿਹਾ ਮੈਂ ਚੱਲਿਆ ਗੋਲ ਬਾਜ਼ਾਰ, ਕੋਈ ਕੰਮ ਤੇ ਨਹੀਂ ਤੁਹਾਨੂੰ? ਜੀ ਜੀ ਨਾਲੇ ਮੈਂ ਡਾਕ ਲਾਇਆ ਵਾਂ। ਜੀ ਜੀ ਜਿਸ ਵੇਲੇ ਇਹਨੇ ਸੁਣਿਆ ਵੀ ਇਹ ਡਾਕਰ ਨੇ ਚੱਲਾ ਤੇ ਉਹ ਬਾਹਰ ਨਿਕਲਿਆ, ਕਹਿਣ ਲੱਗਾ ਜੀ ਆਪ 2 ਮਿੰਟ ਇੰਤਜ਼ਾਰ ਕਰ ਸਕते हैं। मैं कहा जी क्यों? कहते
ਕਹਿੰਦੇ ਮੈਂ ਮੇਰਾ ਥੋੜਾ ਜਿਹਾ ਲੈਟਰ ਕਹਿੰਦਾ ਮੈਂ ਲਿਖਣਾ ਤੇ ਉਹ ਪਾਉਣਾ। ਮੈਂ ਕਿਹਾ ਤੇਰੇ ਵਾਸਤੇ ਤਾਂ ਸਾਰੇ ਟਿਫਨ ਖੇਡਣ ਦੇ ਨੇ, ਤੂੰ ਕਰ। ਜੀ ਜੀ ਬਾਰਾਤ ਉਸਨੇ ਉਹ ਲਿਫਾਫਾ ਦਿੱਤਾ, ਉਹਦੀਆਂ ਮੈਂ ਦੋਨੇ ਪਾਸੇ ਦੀ ਤਸਵੀਰਾਂ ਖਿੱਚੀਆਂ, ਜੀ ਜੀ ਜਾਕੇ ਲਿਫਾਫਾ ਪੋਸਟ ਕਰ ਦਿੱਤਾ। ਅਗਲੇ ਦਿਨ ਅਖਬਾਰ ਦੇ ਵਿੱਚ ਆ ਗਿਆ ਜੀ ਕਿ ਮੌਲਾਨਾ ਮੌਦੂਦੀ ਨੇ ਆਪਣੀ ਬहन फारूक मौदूदी ने अपनी बहन लाहौर जो रहती थी आसमा मौदूदी, जी जी उसके नाम खत लिखा है। अच्छा, हमारा तेज रफ्तार मुजाहिद जो है वो आसमा मौदूदी के श्रृंगार मेज की नीचे की दराज से खत चुरा लाया। अच्छा ਤੇ ਹੁਣ ਕਹਾਣੀ ਦੇ ਜਿਹੜੇ ਹੁੰਦੇ ਨੇ ਅਖਬਾਰਾਂ ਦੇ ਲਿਖਣ ਵਾਲੇ ਉਹ ਬਣਾ ਲੈਂਦੇ ਨੇ ਨਾ, ਬਿਲਕੁਲ ਬਿਲकुल ਉਹ ਇਸ ਤਰ੍ਹਾਂ ਦੀ ਕਹਾਣੀ ਬਣਾ ਕੇ ਉਹਨੇ ਅਖਬਾਰ 'ਚ ਦੇ ਦਿੱਤਾ ਤੇ ਉਹ ਵਿਚਾਰਾ ਕੀ ਜਵਾਬ ਦੇਵੇ ਉੱਥੇ ਉਹਨਾਂ ਨੂੰ। ਜੀ ਜੀ ਮਹਾਰਾਜ ਇਸ ਕਿਸਮ ਦੀਆਂ ਕੁਝ ਗੱਲਾਂ ਤੁਹਾਨੂੰ ਮੈਂ ਕਿਹਾ ਚਲੋ ਵੀ ਸ਼ੇਅਰ ਕਰ ਲਈਏ। ਨਹੀਂ ਨਹੀਂ, ਬੜੀ ਮਿਹਰਬਾਨੀ। ਤੇ ਇਹਦਾ ਮਤਲਬ ਜ਼ਿਆਦਾ ਜ਼ਿੰਦਗੀ ਦਾ ਅਰਸਾ ਜਿਹੜਾ ਉਹ ਰੱਬੋ ਹੀ ਗੁਜ਼ਾਰਿਆ। ਹਾਂਜੀ, ਤੇ ਉਹਦੇ ਬਾਅਦ ਫਿਰ ਮੈਂ ਜੀ ਜੀ ਉਸ ਤੋਂ ਬਾਅਦ ਕਰੀਬਨ ਮੈਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਔਰ ਤੁਹਾਡੇ ਵਾਲਦ ਸਾਹਿਬ ਵੀ ਬੜੇ ਕੋਸ਼ਿਸ਼ ਕਰਦੇ ਰਹੇ ਤੇ ਅਸੀਂ ਵੀ ਇਸੇ ਤਰ੍ਹਾਂ ਬਸ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਉਹ ਖੁਦਾ ਨੇ ਕੀਤਾ ਤੇ ਮੇਰਾ 78 ਦੇ ਵਿੱਚ ਲੀਬੀਆ ਜਾਣ ਦਾ ਪ੍ਰੋਗਰਾਮ ਬਣ ਗਿਆ। ਇੱਕ ਐਮਡੀ ਸਨ ਇੰਜੀਨੀਅਰ ਜੀ ਜੀ ਉਹ ਆਏ ਤੇ ਉਹ ਲੈ ਗਏ। ਅੱਛਾ ਉਹ ਤੇ ਫਿਰ ਮੈਂ 18-19 ਸਾਲ ਰਿਹਾ ਲੀਬੀਆ ਵੀ। ਜੀ ਜੀ ਔਰ ਲੀਬੀਆ ਖੁਦਾ ਦੇ ਫਜ਼ਲ ਨਾਲ ਗਏ ਆ ਉੱਥੇ ਜਾ ਕੇ ਆਪਣੇ ਫੈਸਲਾਬਾਦ ਦੇ ਹੁੰਦੇ ਸੀ ਖਾਲਿਦ ਸੈਫੁੱਲਾ ਜੀ ਜੀ ਰਵਾਬਦਾ ਦੇ। ਜੀ ਜੀ ਉਹ ਬਾਅਦ ਚ ਸਿਡਨੀ ਆ ਗਏ ਸਨ, ਉਹ ਸਾਥ ਪੜ ਗਏ ਨੇ। ਸਿਡਨੀ ਆ ਕੇ ਵੀ ਅਖਬਾਰਾਂ 'ਚ ਬੜਾ ਮਜ਼ਮੂਨ ਲਿਖਦੇ ਰਹੇ ਨੇ ਮਾਸ਼ਾਅੱਲਾ। ਮੇਰਾ ਜਿਸਲੇ ਉੱਥੇ ਗਏ ਆ ਤੇ ਉੱਥੇ ਜਾ ਕੇ ਫਿਰ ਖਾਲਿਦ ਸਾਹਿਬ ਸੈਫੁੱਲਾ ਸਾਹਿਬ ਦੇ ਨਾਲ ਮਿਲ ਕੇ ਅਸੀਂ ਉੱਥੇ ਜਮਾਤ ਕਾਇਮ ਕੀਤੀ। ਅਲਹਮਦੁਲਿਲਾ ਖੁਦਾ ਤਾਲਾ ਦੇ ਫਜ਼ਲ ਨਾਲ ਉੱਥੇ ਇੱਕ ਜਲਸਾ ਵੀ ਕਰਾਇਆ। ਅੱਛਾ ਮਾਸ਼ਾਅੱਲਾ। ਹਾਂਜੀ। ਅੱਛਾ, ਇੱਕ ਚੀਜ਼ ਜ਼ਰਾ ਦੱਸਣਾ ਕਿ ਜਦੋਂ ਤੁਸੀਂ ਦੱਸਿਆ ਕਿ ਉੱਥੇ ਗਏ ਉਦੋਂ ਤੇ ਕੋਈ ਮੁਖਾਲਫਤ ਨਹੀਂ ਸੀ ਆਂਦੀਆਂ ਦੀ ਉੱਥੇ ਲੀਬੀਆ ਵਗੈਰਾ 'ਚ? ਮੁਖਾਲਫਤ ਬਜ਼ਾਹਰ ਤੇ ਕੋਈ ਨਹੀਂ ਸੀ ਉੱਥੇ। ਆਪਣੇ ਯਾਨੀ ਮਜ਼ਹਬ ਦੇ ਉੱਤੇ ਜਿਰਾ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਹੈ। ਹਾਂਜੀ। ਅੱਛਾ, ਤੁਸੀਂ ਅਰਬ ਕੰਟਰੀ 'ਚ ਰਹੇ ਜੇ, ਉੱਥੇ ਵੀ ਇਹਦੀ ਜਿਹੜੇ ਮੌਲਵੀ ਨੇ ਉਹਨਾਂ ਨੂੰ ਖੁੱਲੀ ਛੁੱਟੀ? ਨਾ ਜੀ ਨਾ, ਉਹ ਉਹਨਾਂ ਨੂੰ ਖੁਤਬਾ ਲਿਖ ਕੇ ਦਿੱਤਾ ਜਾਂਦਾ ਸੀ, ਉਹਦੇ ਤੋਂ ਇੱਕ ਲਫ਼ਜ਼ ਵੀ ਅਗਰ ਵੱਧ ਕਰ ਦਿੰਦੇ ਸੀ ਅਗਲੇ ਨੂੰ ਟੰਗ ਦਿੰਦੇ ਸਨ। ਅੱਛਾ। ਹਾਂਜੀ, ਖੁਤਬਾ ਮਜ਼ਹਬ ਦੇ ਉੱਤੇ ਜਿਰਾ ਹੀ ਨਹੀਂ ਕਰ ਸਕਦੇ ਉਹ ਕੋਈ ਵੀ। ਉੱਥੇ ਸੁੰਨੀ ਸ਼ੀਆ ਇਹ ਉਹ ਤੁਸੀਂ ਨਹੀਂ ਕਰ ਸਕਦੇ ਬਿਲਕੁਲ। ਇਹਦਾ ਮਤਲਬ ਅਰਬ ਮਮਾਲਕ ਨੇ ਇਸ ਪਾਸੇ ਥੋੜੀ ਬਹੁਤੀ ਤਵੱਜੋ ਦਿੱਤੀ ਦੀ ਹੈ। ਲੀਬੀਆ ਨੇ ਦਿੱਤੀ ਸੀ, ਅਰਬ ਮਮਾਲਕ ਦੂਸਰਿਆਂ ਦਾ ਨਹੀਂ ਮੈਨੂੰ ਪਤਾ। ਲੀਬੀਆ ਦੇ ਵਿੱਚ ਇਹ ਹੈ ਜੀ। ਠੀਕ। ਤੇ ਔਰ ਦੂਸਰਾ ਇਹ ਹੈ ਕਿ ਜਿਹੜੇ ਪਾਕਿਸਤਾਨੀ ਉਲਮਾ ਵਗੈਰਾ ਜਾਂ ਜਿਹੜੇ ਥੋੜੇ ਜਿਹੇ ਸਖਤ ਦਿਲ ਹੁੰਦੇ ਨੇ ਉਹਨਾਂ ਨੇ ਵੇਖ ਕੇ ਵੀ ਹਾਂ ਜੀ ਕਿ ਮਰਜ਼ੀ ਤੇ ਉੱਥੇ ਜਾ ਕੇ ਸ਼ਿਕਾਇਤਾਂ ਕਰਨੀਆਂ, ਪੁਲਿਸ ਵਾਲਿਆਂ ਨੂੰ ਸਮਝਾਉਣਾ ਕਰਨਾ। ਤੇ ਉਹਨਾਂ ਨੇ ਜੇ ਕਿਤੇ ਜਾ ਕੇ ਪੁੱਛਣਾ ਵੀ ਇੱਕ ਦੋ ਵਾਕਿਏ ਹੋਏ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਜਾ ਕੇ ਕਹਿਣਾ ਮੰਨਦੀਆਂ ਨੇ ਕਿ ਅਸੀਂ ਮੁਸਲਮਾਨ ਹਾਂ, ਅਲਹਮਦੁਲਿਲਾ, ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁੱਲਾਹ। ਤੇ ਉਹ ਫੌਰਨ ਹੀ ਯਕੀਨ ਕਰਦੇ ਸੀ। ਉਹ ਕਹਿੰਦੇ ਸੀ ਹਾਂ ਠੀਕ ਹੈ, ਬਸ ਹੁਣ ਕਿਸੇ ਦੇ ਦਿਲ 'ਚ ਵੜ ਕੇ ਥੋੜ੍ਹੀ ਵੇਖਿਆ। ਲੇਕਿਨ ਇਹ ਬੜੀ ਅੱਛੀ ਗੱਲ ਤੁਸੀਂ ਦੱਸੀ ਕਿ ਜਦੋਂ ਕੋਈ ਕਲਮਾ ਪੜ੍ਹ ਲੈਂਦਾ ਤੇ ਉਹਦੇ ਬਾਅਦ ਸਵਾਲ ਖਤਮ ਹੋ ਜਾਂਦਾ ਕਿ ਤੂੰ ਮੁਸਲਮਾਨ ਹੈ ਜਾਂ ਨਹੀਂ ਮੁਸਲਮਾਨ। ਬਿਲਕੁਲ ਬਿਲਕੁਲ ਬਿਲਕੁਲ। ਲੇਕਿਨ ਸਾਡੇ ਮੁਲਕਾਂ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਤੇ ਉਹ ਜਿੰਨੀ ਵਾਰੀ ਮਰਜ਼ੀ ਉਹ ਕਹਿੰਦੇ ਦਿਲ 'ਚ ਤੁਸੀਂ ਕੁਛ ਹੋਰ ਪੜ੍ਹਦੇ ਪਏ ਜੇ। ਵੇਖੋ ਜੀ, ਜਿੱਥੇ ਕੋਈ ਕੌਮ ਜ਼ਿਆਦਾ ਬਿਗੜੀ ਹੋਵੇ ਨਾ, ਜੀ ਜੀ, ਅੱਲਾਹ ਤਾਲਾ ਉਸ ਜਗ੍ਹਾ ਦੇ ਉੱਤੇ ਨਬੀ ਮਾਬੂਸ ਫਰਮਾਉਂਦਾ ਹੈ। ਇਹ ਵੀ ਗੱਲ ਦੇ ਰਸਤੇ ਹਜ਼ਰਤ ਮਸੀਹ ਮਊਦ ਅਲੈਹਿਸਸਲਾਮ ਨੂੰ ਇੰਡੀਆ ਪਾਕਿਸਤਾਨ ਹੈ ਜਿਹੜਾ ਏਰੀਆ ਹੈਗਾ, ਇਸ ਇਲਾਕੇ ਦੇ ਵਿੱਚ ਜਿਹੜਾ ਅੱਲਾਹ ਤਾਲਾ ਨੇ ਮਾਬੂਸ ਕੀਤਾ ਸਿਰਫ ਇਸੇ ਵਾਸਤੇ ਕੌਮ ਬਿਗੜੀ ਹੋਈ ਹੈ। ਔਰ 1,24,000 ਪੈਗੰਬਰ ਆਏ ਨੇ, ਉਹਨਾਂ ਕੌਮਾਂ 'ਚ ਜੋ ਵਿਗਾੜ ਹੈ ਸੀ ਜੀ ਜੀ, ਉਹ ਤਮਾਮ ਵਿਗਾੜ ਇਸ ਕੌਮ 'ਚ ਪਾਏ ਜਾਂਦੇ ਨੇ, ਬੇਸ਼ੱਕ ਇਸ ਖਿੱਤੇ 'ਚ ਪਾਏ ਜਾਂਦੇ। ਬਿਲਕੁਲ ਠੀਕ ਫਰਮਾਇਆ ਤੁਸੀਂ। ਅੱਛਾ, ਇੱਕ ਬ੍ਰੇਕ ਦਾ ਟਾਈਮ ਹੈ। ਨਾਜ਼ਰੀਨ जुड़े रहो नाइन ब्रदर्स टीवी के नाल, दोबारा फिर ਤੁਹਾਡੀ खिदमत च हाजिर होने हैं। नाज़रीन, अगर अभी तक आपने नाइन ब्रदर्स टीवी सब्सक्राइब नहीं किया तो देर किस बात की? जी हाँ, कीजिए सब्सक्राइब और बदल दीजिए अपने घर का माहौल। नाइन ब्रदर्स टीवी पे आपको मिलेंगे अच्छे अच्छे प्रोग्राम, नए नए दोस्त, नए नए मेहमान और कीमती मशवरे। नाइन ब्रदर्स टीवी एक इंटरनेशनल चैनल बन चुका है।
जी हाँ, पाकिस्तान हो, जर्मनी हो या इंग्लैंड और या हो अमेरिका, हर जगह पे हम आएंगे आपको नजर। अगर आपके पास भी कोई मशवरा हो तो हमें कीजिए कॉल। तो कर ले अभी सब्सक्राइब। ਬ੍ਰੇਕ ਤੋਂ ਬਾਅਦ ਮੁਬਾਰਕ ਜਵੇਦ ਤੇ ਸ਼ਾਇਕ ਸਾਹਿਬ ਲੰਡਨ ਤੋਂ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ ਨੇ। ਅੱਛਾ, ਤੇ ਇਹਦਾ ਮਤਲਬ ਇਹ ਵਾ ਕਿ ਫਿਰ ਲੀਬੀਆ ਤੋਂ ਰਬੂਏ ਵਾਪਸ ਚਲੇ ਗਏ। ਲੀਬੀਆ ਤੋਂ ਫਿਰ ਮੈਂ ਇੱਥੇ ਲੀਬੀਆ ਦੀ ਅਜੇ ਕਹਾਣੀ ਖਤਮ ਨਹੀਂ ਹੋਈ ਕਦੀ ਜੀ। ਜੀ ਜੀ ਲੀਬੀਆ ਦੇ ਵਿੱਚ ਅਸੀਂ ਜਿਸ ਵਕਤ ਜਲਸਾ ਕਰਾਇਆ ਨਾ, ਜੀ ਜੀ ਤੇ ਅਸੀਂ 1000 ਕਿਲੋਮੀਟਰ ਸ਼ਮਾਲ, ਇੱਕ ਜਨੂਬ, ਇੱਕ ਮਸ਼ਰਕ, ਇੱਕ ਮਗਰਬ ਫਿਰ ਟੁਰ ਕੇ ਸਾਰੇ ਦੋਸਤਾਂ ਨੂੰ ਇਕੱਠਿਆਂ ਕੀਤਾ ਤੇ ਉਹਨਾਂ ਨੂੰ ਦਰਖਾਸਤ ਕੀਤੀ ਕਿ ਅਸੀਂ ਜਲਸਾ ਕਰਨਾ ਹੈ। ਜੀ ਜੀ ਹਜ਼ੂਰ ਖਲੀਫਾ ਰਾਬੀ ਰਹਿਮਤੁல்லாਹ ਤਾਲਾ ਦੇ ਵੀ ਸਾਨੂੰ ਮਤਲਬ ਹਦਾਇਤਾਂ ਪਹੁੰਚਦੀਆਂ ਰਹੀਆਂ ਕਿ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ। ਮਹਾਰਾਜ ਉਹਨਾਂ ਦੇ ਹੁਕਮ ਦੇ ਮੁਤਾਬਕ ਅਸੀਂ ਉਹ ਜਲਸਾ ਕੀਤਾ ਔਰ ਆਉਣ ਵਾਲਿਆਂ ਨੇ ਸਾਡੇ ਕੋਲੋਂ ਵਾਅਦਾ ਇਹ ਲਿਆ ਕਿ ਤੁਸੀਂ ਅਗਰ ਲੰਗਰ ਦੀ ਦਾਲ ਖਵਾਓਗੇ ਤੇ ਫਿਰ ਅਸੀਂ ਆਵਾਂਗੇ। ਵਾਹ ਜੀ ਵਾਹ। ਦੇਖੋ ਗੋ ਉਹਨਾਂ ਨੇ ਇਹ ਮਜ਼ਾਕ ਨਾਲ ਕਹੀ ਸੀ ਕਿਉਂਕਿ ਉੱਥੇ ਦਾਲਾਂ ਵਗੈਰਾ ਨਹੀਂ ਸੀ ਮਿਲਦੀਆਂ ਲੀਬੀਆ 'ਚ ਸ਼ੁਰੂ 'ਚ। ਜੀ ਜੀ ਤੇ ਉਹ ਮੈਂ ਛੁੱਟੀ ਆਇਆ ਸੀ ਕਿਉਂਕਿ ਅੱਲਾਹ ਤਾਲਾ ਨੇ ਕੋਈ ਬੰਦੋਬਸਤ ਇਸ ਤਰ੍ਹਾਂ ਦਾ ਕੀਤਾ ਸੀ, ਖੁਦਾਈ ਕੰਮ ਵੀ ਤੇ ਹੁੰਦੇ ਨੇ ਨਾ ਵੀ। ਜੀ ਜੀ ਉਹ ਮੈਂ ਬੇਟੇ ਨੂੰ ਕਿਹਾ ਕਿ ਤੂੰ ਮਾਸ਼ ਦੀ ਦਾਲ ਲਿਆ ਕੇ ਦੇਈਂ ਮੈਨੂੰ। ਮਾਸ਼ ਦੀ ਦਾਲ ਖੁਸ਼ਕ ਨੂੰ ਪਕਾਉਂਦਾ ਸੀ, ਬੜੀ ਪਸੰਦ ਸੀ। ਅੱਜ ਕੱਲ੍ਹ ਤੇ ਉਹਨੂੰ ਵੇਖਣ ਨੂੰ ਦਿਲ ਨਹੀਂ ਕਰਦਾ ਮੇਰਾ, ਜੀ ਜੀ ਮੈਂ ਚੇਂਜ ਹੋ ਗਿਆ। ਅੱਛਾ ਉਹਨੇ ਉਹ 10 ਕਿਲੋ ਦਾਲ ਕਾਲੀ ਛਿਲਕੇ ਵਾਲੀ ਲੈ ਆਂਦੀ। ਅੱਛਾ ਉਹ ਮੈਂ ਵੀ ਨਾ ਉੱਥੇ ਵੇਖੀ। ਖੈਰ ਮੈਂ ਜਿਸਲੇ ਲੈ ਗਿਆ ਉੱਥੇ ਜਾ ਕੇ ਵੇਖਿਆ ਤੇ ਕਾਲੀ ਦਾਲ। ਮੈਂ ਕਿਹਾ ਉਹ ਇਹ ਮੁੰਡੇ ਨੇ ਕੀ ਕੀਤਾ। ਬਹਰਾਲ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਤੁਹਾਡੇ ਇਸ ਸਾਹਿਲ ਦਾ ਅੱਲਾਹ ਤਾਲਾ ਨੇ ਬੰਦੋਬਸਤ ਬੜੀ ਦੇਰ ਦਾ ਕੀਤਾ ਹੈ, ਵਾਹ ਆਓ ਤੁਸੀਂ ਮਾਸ਼ਾ ਤੁਹਾਨੂੰ ਇਹੀ ਦਾਲ ਜ਼ਬਰਦਸਤ। ਉਹ ਦਾਲ ਬਣਾਈ ਜੀ ਉਹਨਾਂ ਨੂੰ ਖਵਾਈ। ਫਿਰ ਉਹ ਆਏ, ਕੋਈ ਹੈ ਸੀ ਕੋਈ 36-37 ਆਦਮੀ ਆਸੇ ਪਾਸੇ ਇਕੱਠੇ ਕੀਤੇ। ਕੁਝ ਸਾਡੀ ਜਮਾਤ ਦੇ ਸਨ। ਫਿਰ ਉਹਨਾਂ ਦੀ 3 ਦਿਨ ਅਸੀਂ ਖਾਤਰਦਾਰੀ ਵੀ ਕੀਤੀ ਬਕਾਇਦਾ। ਜੀ ਜੀ ਕੋਈ ਇੱਕ ਦੂਸਰੇ ਦੇ ਘਰ ਦਾਵਤਾਂ ਕਰਦੇ ਰਹੇ ਤੇ ਦਾਲ ਵੀ ਪਕਾ ਕੇ ਦਿੱਤੀ। ਬਹਰਾਲ ਜ਼ਬਰਦਸਤ। ਅੱਛਾ ਇਹ ਸੀ ਕਿ ਜਿਸਲੇ ਉਹ ਵਾਪਸ ਗਏ ਨੇ, ਜੀ ਜੀ ਉਹ ਵਾਪਸ ਗਏ ਨੇ ਤੇ ਉਹਨਾਂ ਨੂੰ ਅਖੀਰ ਦੇ ਉੱਤੇ ਪਹਿਲੇ ਤੇ ਇਹ ਕਿ ਉਹਨਾਂ ਕੋਲੋਂ ਉਹਨਾਂ ਨੇ ਕਿਹਾ ਕਿ ਪਾਸਪੋਰਟ ਦਿਖਾਓ। ਜੀ ਜੀ ਉਹਨਾਂ ਕਿਹਾ ਵੀ ਪਾਸਪੋਰਟ ਤੇ ਅਸੀਂ ਨਾਲ ਨਹੀਂ ਲੈ ਕੇ ਆਏ, ਪਰ ਉੱਥੇ ਜਾ ਕੇ ਤੁਹਾਨੂੰ ਪੇਸ਼ ਕਰ ਦਿਆਂਗੇ। ਖੈਰ ਉਹ ਉੱਥੇ ਲੈ ਕੇ ਗਏ ਨੇ ਤੇ ਸਟਾਫ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ। ਜਹਾਜ਼ ਤੋਂ ਉਤਾਰ ਕੇ ਇੱਕ ਜਗ੍ਹਾ ਤੇ ਬਿਠਾ ਲਿਆ ਤੇ ਤਲਾਸ਼ੀ ਲੈਣ ਲੱਗ ਪਏ ਤੇ ਪਤਾ ਲੱਗਾ ਕਿ ਜਹਾਜ਼ ਦੇ ਵਿੱਚ ਬੰਬ ਸੀ। ਉਹ ਬੰਬ ਕਿਹਨੇ ਰੱਖਿਆ। ਅੱਛਾ ਬਹਰਾਲ ਤੇ ਉਹਨਾਂ ਨੇ ਕਿਹਾ ਆ ਕੇ, ਮਤਲਬ ਆਣ ਕੇ ਆਖਿਆ ਕਿ ਮੁਬਾਰਕ ਹੋਵੇ, ਤੁਸੀਂ ਜਹਾਜ਼ ਦੇ ਵਿੱਚ ਬੰਬ ਸੀਗਾ ਤੇ ਉਹ ਨਹੀਂ ਫਟਿਆ ਤੇ ਤੁਸੀਂ ਸਾਰੇ ਲੋਕ ਬਚ ਗਏ ਹੋ, ਤੁਹਾਨੂੰ ਮੁਬਾਰਕ ਹੋਵੇ। ਅੱਛਾ ਇਹ ਤੇ 1900 ਕਿਹੜੇ ਸੰਨ ਦੀ ਗੱਲ ਹੈ? ਇਹ ਹੈ ਜੀ 1900 ਹੁਣ ਯਾਦ ਨਹੀਂ ਆ ਰਿਹਾ। ਅੱਛਾ ਮਤਲਬ ਪੁਰਾਣੀ ਗੱਲ ਹੈ ਕਿ 40-50 ਤੇ ਯਾਦ ਨਹੀਂ। ਹਾਂਜੀ ਤੇ ਉਹ ਫਿਰ ਇਹ ਹੈ ਕਿ ਅਲਹਮਦੁਲਿਲਾ ਉੱਥੇ ਰਹਿ ਕੇ ਦੋ ਕੁਰਾਨ ਕਰੀਮ ਦੇ ਤਰਜਮੇ ਵੀ ਕਰਵਾਏ ਸਾਡੀ ਜਮਾਤ ਨੂੰ। ਮਾਸ਼ਾ ਇੱਕ ਮਡੰਗਾ ਜ਼ੁਬਾਨ ਦਾ ਅਫਰੀਕੀ ਜੀ ਜੀ ਤੇ ਇੱਕ ਦੂਸਰੀ ਜ਼ੁਬਾਨ ਵੀ ਫ੍ਰੈਂਚ ਜ਼ੁਬਾਨ ਦਾ। ਮਾਸ਼ਾ ਫ੍ਰੈਂਚ ਦੇ ਵਿੱਚ ਕਰਾਇਆ ਤੇ ਇੱਕ ਮਡੰਗਾ ਅਫਰੀਕੀ ਜ਼ੁਬਾਨ ਦੇ ਕਰਾਇਆ। 2 ਤਰਜਮੇ ਕਰਵਾਏ। ਅਲਹਮਦੁਲਿਲਾ ਕਾਫੀ ਤੌਫੀਕ ਮਿਲੀ। ਮਾਸ਼ਾ ਉੱਥੇ 10 ਸਾਲ ਫਿਰ ਮੈਂ ਸਦਰ ਵੀ ਰਿਹਾ। ਅੱਛਾ ਮਾਸ਼ਾ ਅੱਲਾ। ਵਾਪਸ ਪਾਕਿਸਤਾਨ ਆਇਆ, ਦੇਖਿਆ ਕਿ ਵੀ ਉਹ ਫਟਾਫਟ ਉਹਨਾਂ ਨੇ ਨਿੱਜੀ ਸਦਰ ਨੂੰ ਖਿਦਮਤ ਦਾ ਮੌਕਾ ਮਿਲਦਾ ਰਿਹਾ। ਹਾਂਜੀ ਖੁਦਾ ਤਾਲਾ ਨੇ ਉੱਥੇ 10 ਸਾਲ ਉੱਥੇ ਮੌਕਾ ਦਿੱਤਾ। 5 ਸਾਲ 3 ਤੇ 4 4.5 ਸਾਲ ਫਿਰ ਵਾਪਸ ਇੱਥੇ ਆਣ ਕੇ ਵਾਪਸ ਆਣ ਕੇ ਸਦਰ ਰਿਹਾ। ਫਿਰ ਜਰਮਨੀ ਆਇਆ ਤੇ ਉੱਥੇ ਆਣ ਕੇ ਵੀ ਫਿਰ ਸਦਰ ਦੀ। ਅੱਛਾ ਤੁਸੀਂ ਜਰਮਨੀ ਪਹਿਲੇ ਰਹੇ ਜੇ ਫਿਰ ਇੰਗਲੈਂਡ ਆਏ? ਹਾਂਜੀ ਠੀਕ ਠੀਕ। ਅੱਛਾ ਮੈਂ ਸਮਝ ਰਿਹਾ ਸੀ ਤੁਸੀਂ ਇੰਗਲੈਂਡ ਹੀ ਆਏ ਦੇ ਡਾਇਰੈਕਟ। ਨਹੀਂ, ਜਰਮਨੀ ਉੱਥੇ ਇੱਕ ਦੌਰ ਹੈ ਸਦਾਰਤ ਦਾ ਕੀਤਾ ਤੇ 6-7 ਸਾਲ ਜਨਰਲ ਸੈਕਟਰੀ ਤੇ ਦਫ਼ਤਰ ਵੀ ਕੰਮ ਕਰਦਾ ਰਿਹਾ। ਅੱਛਾ ਮਾਸ਼ਾ ਤੇ ਗਰੋਥ ਦਾ ਰੀਜਨ ਗਰੋਥ ਦਾ ਵਕਫੇ 9 ਸੈਕਟਰੀ ਵੀ ਰਿਹਾ। ਮਾਸ਼ਾ ਅੱਲਾ। ਰੀਜਨਲ ਸੈਕਟਰੀ ਕਾਫੀ ਖਿਦਮਤ ਦਾ ਮੌਕਾ ਮਿਲਿਆ।
हाँ जी, अल्लाह ताला ਅੱਛਾ ਹੁਣ तौफीक दिंदा ਇਹ ਤੇ ते ਚਲੋ ਖਿਦਮਤ ਤੁਹਾਡੀ ਹੋ ਗਈ ਤੇ ਇਹ ਦੱਸੋ ਕਿ ਸ਼ਾਇਰੀ ਦਾ ਸ਼ੌਕ ਕਿੱਥੋਂ ਆਇਆ? शायरी दा शौक जी जिसले मैं लीबिया गया, बच्चे छोटे-छोटे सन ते एक दिन ख्वाबां ख्यालां च ही बैठा था कि मैं ते इतना वाकिफ नहीं कि रिश्ता किस तरह पुछदे ने, की करदे ने, की नहीं करदे। ਅੱਛਾ सॉरी ते ਉਹ ਬੈਠਿਆਂ ਕਿ ਹੁਣ ਬੱਚੀ ਉਸ ਵੇਲੇ ਮੇਰੀ ਉਹ 6ਵੀਂ ਚ ਪੜ੍ਹ ਰਹੀ ਸੀ, ਪਹਿਲੀ ਬੱਚੀ ਨੇ। ਅੱਛਾ ਉਹ ਬੈਠਿਆਂ ਫਿਰ ਉਹ ਮੈਨੂੰ ਖਿਆਲ ਦੇ ਵਿੱਚ ਫਿਰ ਉਹਨੂੰ ਮੈਂ ਰੁਖਸਤ ਕਰ ਰਹੇ ਆ ਜਿਹੜੀ ਮੈਂ ਪਹਿਲੀ ਜਦੋਂ ਮੈਨੂੰ ਉਹਦੇ ਵਾਸਤੇ ਲਿਖੀ ਅੱਛਾ ਤੇ ਉਹ ਇਹ ਸੀ ਕਿ ਜਾਤੀ ਹੋ ਮੇਰੀ ਜਾਨ ਜਾ ਰਹੀ है, ਅੱਛਾ थी ਮਾਸ਼ਾ अपनी मगर बन के मेहमान जा रही है। तो मैं जिसले उसनों ਉਹਦੀ ਸ਼ਾਦੀ ਤੇ ਆਇਆ ਵਾਪਸ ਪਾਕਿਸਤਾਨ 84 ਦੇ ਵਿੱਚ, ਜੀ ਜੀ ਉਸ ਬੱਚੀ ਦੀ ਸ਼ਾਦੀ ਦੇ ਵਿੱਚ ਸ਼ਾਮਲ ਹੋਏ ਨੇ ਹਜ਼ੂਰ ਖਲੀਫਤ ਮਸੀਹ ਰਾਬੇ ਰਹਿਮਤੁल्लाह ਤਾਲਾ। ਮਾਸ਼ਾ ਉਹਨਾਂ ਅੱਲਾਹ ਕੋਲੋਂ ਪੁੱਛੀ ਕਰਨ ਵਗੈਰਾ ਰੱਖਿਆ ਕਿ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਆਖਰੀ ਮੇਰੀ ਬੱਚੀ ਦੀ ਸ਼ਾਦੀ ਸੀ ਜਿਹਦੇ ਵਿੱਚ ਸ਼ਾਮਲ ਹੋਏ ਨੇ। ਫਿਰ ਉਹ ਵਿਚਾਰੇ ਹਿਜਰਤ ਕਰ ਗਏ ਸਨ ਦੂਸਰੇ ਦਿਨ। ਜੀ ਜੀ ਹਾਂ ਉਹ ਜਲਸਾ ਜਿਹੜਾ 84 ਤੋਂ ਬਾਅਦ ਕਰਾਇਆ ਸੀ ਅਸੀਂ, ਕਿਉਂਕਿ ਉਸ ਵਕਤ ਮੈਂ ਦਾਲਾਂ ਸ਼ਾਲਾਂ ਲੈ ਕੇ ਗਿਆ ਸਾਂ ਤੇ ਉਹ ਅੱਛਾ 84 ਤੋਂ ਬਾਅਦ ਕਾਫੀ ਪੁਰਾਣੀ ਗੱਲ ਹੈ। ਅੱਛਾ ਤੇ ਇਹਦਾ ਮਤਲਬ ਫਿਰ ਸ਼ਾਇਦ ਲੇਕਿਨ ਉਹਦੇ ਬਾਅਦ ਮਾਸ਼ਾਅੱਲਾ ਮੈਂ ਦੇਖਿਆ ਹਰ ਜਗ੍ਹਾ ਤੁਸੀਂ ਪਹੁੰਚੇ ਹੁੰਦੇ ਜੇ ਮੁਸ਼ਾਇਰੇ ਦੇ ਉੱਤੇ, ਲੰਡਨ ਮੁਲਾਕਾਤ ਵੀ ਹੋਈ ਸੀ ਹਾਂ, ਤਾਂ ਇੱਥੇ ਆਣ ਕੇ ਕਿਉਂਕਿ ਵਿਹਲੇ ਹੋ ਗਏ ਬਿਲਕੁਲ, ਅੱਛਾ ਕਾਫੀ ਟਾਈਮ ਸੀਗਾ, ਉਹ ਲਿਖਣਾ ਸ਼ੁਰੂ ਕਰ ਦਿੱਤਾ। ਆਸਤਾ ਲੋਕਾਂ ਕੋਲੋਂ ਤਸਲੀਆਂ ਕਰਾਉਂਦਿਆਂ ਕਰਦਿਆਂ ਪੁੱਛਦਿਆਂ ਕਰਦਿਆਂ, ਕਿਉਂਕਿ ਮੇਰੀ ਆਪਣੀ ਤਾਲੀਮ ਹੈ ਜਿਹੜੀ ਉਹ ਵਾਈ ਵੀ ਸੀ। ਜੀ ਜੀ ਬਹਰਾਲ ਅੱਲਾਹ ਤਾਲਾ ਨੇ ਤੌਫੀਕ ਦਿੱਤੀ ਹੁਣ ਤੇ ਮੇਰੀ ਤੀਸਰੀ ਕਿਤਾਬ ਵੀ ਆਉਣ ਵਾਲੀ ਹੈ। ਮਾਸ਼ਾਅੱਲਾ ਹਾਂਜੀ 2 ਛਪ ਚੁੱਕੀਆਂ ਨੇ ਤੇ ਤੀਸਰੀ ਇਨਸ਼ਾਅੱਲਾ ਕਰੋਨਾ ਖਤਮ ਹੁੰਦਾ ਤੇ ਉਹ ਵੀ ਦਰਿਆਮ ਤੇ ਆ ਜਾਏਗੀ। ਜ਼ਬਰਦਸਤ, ਬੜੀ ਜ਼ਬਰਦਸਤ ਹੈ ਤੇ ਤੁਸੀਂ ਕੰਮ ਕੀਤਾ ਕਿ ਅੱਛਾ ਇੱਕ ਚੀਜ਼ ਹੋਰ ਹੈ, ਮੇਰੇ ਜੀ। ਦਫ਼ਤਰ ਵੀ ਤੁਸੀਂ ਆਉਂਦੇ ਹੁੰਦੇ ਜੇ ਕਦੀ ਕਦੀ ਕੰਮ ਕੋਈ ਹੋਏ ਤੇ ਗੱਪਸ਼ਪ ਲਈ, ਫਿੱਟ ਰੱਖਿਆ ਦਾ ਮਾਸ਼ਾਅੱਲਾ ਆਪਣੇ ਆਪ ਨੂੰ ਤੁਸੀਂ। ਹਾਂ ਨਹੀਂ ਵਜੂਦ ਮੇਰਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਹੀ ਹੈ ਅਲਹਮਦੁਲਿਲਾ। ਅੱਛਾ ਮੈਂ ਕਿਹਾ ਸ਼ਾਇਦ ਕੋਈ ਵਰਜ਼ਿਸ਼ ਵੀ ਰੱਖੀ ਦੀ ਨਾਲ। ਲੇਕਿਨ ਸੌਰੀ ਹੁਣ ਪਤਾ ਨਹੀਂ ਤੁਹਾਡਾ ਇੱਥੇ ਗੱਲ ਕਰਨੀ ਇਹਦੀ ਵਜ੍ਹਾ ਹੈ ਕਿ ਨਹੀਂ, ਕਿ ਮੈਂ ਅੱਗੇ ਬੜੇ ਵੱਡੇ ਹੋ ਗਏ ਇਸ ਵਜੂਦ ਨਾਲ। ਅੱਛਾ ਡਰ ਖੌਫ ਨਹੀਂ ਰਿਹਾ ਵੀ ਹਾਂ ਇੱਥੇ ਕੀ ਹੋ ਜਾਏਗਾ ਕੀ ਨਹੀਂ ਹੋ ਜਾਏਗਾ। ਅੱਛਾ ਇਹਦਾ ਮਤਲਬ ਹੈ ਕਿ ਇਸੇ ਵਜ੍ਹਾ ਸਿਹਤ ਸਹੀ ਰਹੀ ਸੋ, ਹਾਂਜੀ ਅਲਹਮਦੁਲਿਲਾ। ਕਿਉਂਕਿ ਉਹ ਵੱਡੇ ਉਹ ਨਹੀਂ ਵਾਕਈ ਉਹਨਾਂ ਨੇ ਡਾਕਟਰ ਜਿਹੜੇ ਇਹਨਾਂ ਨੇ ਇਹ ਵੀ ਦੱਸਿਆ ਹੈ ਕਿ ਪਾਕਿਸਤਾਨ 'ਚ ਅਮਵਾਤ ਪਤਾ ਕਿਉਂ ਘੱਟ ਹੋ ਰਹੀ ਹੈ, ਕਿਉਂਕਿ ਉਹਨਾਂ ਨੂੰ ਜੀ। ਉਹ ਅੱਗੇ ਮੁਸੀਬਤ 'ਚ ਰਹਿੰਦੇ ਨੇ ਲੋਕੀ ਨਾ, ਪੰਗੇ ਲੈਂਦੇ ਰਹਿੰਦੇ ਪੁੱਠੇ ਸਿੱਧੇ ਨਾ, ਬਿਲਕੁਲ ਤੇ ਉਸ ਵਜ੍ਹਾ ਦੇ ਉੱਤੇ ਘੱਟ ਲੋਕਾਂ ਤੇ ਅਸਰ ਹੈ ਕਿਉਂਕਿ ਯੂਰਪੀਅਨ ਡਰ ਜਾਂਦੇ ਨੇ, ਨਾਜ਼ੁਕ ਨੇ, ਬੜੇ ਹਿਸਾਬ ਨਾਲ ਚੱਲਦੇ ਨੇ, ਪਤਾ ਹੀ ਹੈ ਤੁਹਾਨੂੰ। ਹਾਂਜੀ ਡਰਨ ਨਾਲ ਵੀ ਤੇ ਦਿਲ ਤੇ ਅਸਰ ਹੁੰਦਾ ਨਹੀਂ। ਹਾਂ ਬਿਲਕੁਲ, ਤੇ ਇਹ ਚੀਜ਼ ਸੀ। ਲਓ ਜੀ ਬੜਾ ਮਜ਼ਾ ਆਇਆ ਤੇ ਅਗਲੀ ਵੀ ਤੁਹਾਡੀ ਸ਼ਾਇਰੀ ਹੁਣ ਸੁਣਨੀ, ਕਿਉਂਕਿ ਅੱਜ ਸਿਰਫ ਨਾਜ਼ਰੀਨ ਨੂੰ ਤੁਹਾਡਾ ਤਾਰਫ ਕਰਾਉਣਾ ਸੀ। ਇਨਸ਼ਾਅੱਲਾ ਜੀ। ਕੋਈ ਪੈਗਾਮ ਦੇਣਾ ਹੋਏ ਤੇ ਮੈਸੇਜ ਨਾਜ਼ਰੀਨ ਨੂੰ। ਪੈਗਾਮ ਇਹ ਹੈ ਕਿ ਪਹਿਲਾ ਪੈਗਾਮ ਤੇ ਇਹੀ ਹੈ ਕਿ ਸਾਰੀ ਦੁਨੀਆ ਵਾਸਤੇ ਇਸ ਵਕਤ ਕਰੋਨਾ ਦੀ ਵਬਾ ਦੀ ਵਜ੍ਹਾ ਨਾਲ ਦੁਆ ਦੀ ਜ਼ਰੂਰਤ ਹੈ। ਜੀ ਜੀ और दूसरा ये है कि खुदा ताला पाकिस्तान के उलमा या दूसरे लोग ने जो झूठ दसाड़ी करते हैं हर वक्त, इन्होंने अल्लाह ताला हदायत दे दे, जी क्योंकि इन्होंने वास्ते दुआ करनी भी साडे दिलों ਨੂੰ कबूल नहीं हैगी। बहुत खूब, बहुत खूब, ਬਹੁਤ ਖੂਬ, ਜ਼ਬਰਦਸਤ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਟਾਈਮ ਦਿੱਤਾ। ਨਾਈਨ ਬ੍ਰਦਰਜ਼ ਟੀਵੀ ਨੂੰ ਨਾਜ਼ਰੀਨ ਦੇਖੋ ਕਿੰਨੀ ਜ਼ਬਰਦਸਤ ਗੱਲ ਕੀਤੀ ਇਹਨਾਂ ਨੇ ਕਿ ਅਸੀਂ ਬਦਦੁਆ ਵੀ ਨਹੀਂ ਕਿਸੇ ਨੂੰ ਦੇ ਸਕਦੇ, ਔਰ ਬੜੀ ਖੂਬਸੂਰਤ ਗੱਲ ਹੈ। ਪੂਰੀ ਇਨਸਾਨੀਅਤ ਦੇ ਲਈ ਉਹਨਾਂ ਨੇ ਦੁਆ ਦੀ ਦਰਖਾਸਤ ਕੀਤੀ ਕਿ ਸਾਰੇ ਨੂੰ ਅੱਲਾਹ ਤਾਲਾ ਮਹਿਫੂਜ਼ ਰੱਖੇ। ਨਾਜ਼ਰੀਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਜੁੜੇ ਰਹੋ ਨਾਈਨ ਬ੍ਰਦਰਜ਼ ਟੀਵੀ ਦੇ ਨਾਲ। ਮਿਲਾਂਗੇ ਅਗਲੇ ਪ੍ਰੋਗਰਾਮ ਤੇ। ਆਪਣਾ ਔਰ ਹਮਸਾਇਆਂ ਦਾ ਦਾਇਮ ਬਾਏ ਖਿਆਲ ਰੱਖਣਾ। ਮੁਬਾਰਕ ਜਵੇਦ ਨੂੰ ਇਜਾਜ਼ਤ ਦਿਓ। ਤੁਹਾਡਾ ਵੀ ਬਹੁਤ ਸ਼ੁਕਰੀਆ ਜੀ। ओके जी, ओके, अल्लाह बहुत बहुत शुक्रिया। हाँ जी, अल्लाह हाफिज़। अस्सलाम वालेकुम वालेकुम रहमतुल्लाह अस्सलाम वबरकातुहू। रहमतुल्लाह वालेकुम।